Welcome back to all my viewers on my YouTube channel. Just wait for bright future. Today I'm discuss about to the whole in the Finch lesson number 10 of English part 2nd of class 7th. ਅੱਜ ਇਸ ਲੈਸ਼ਨ ਦੇ ਵਿੱਚ ਅਸੀਂ ਇਹਦੀਆਂ ਐਕਟੀਵਿਟੀਜ਼ ਦੇ ਬਾਰੇ ਪੜ੍ਹਾਂਗੇ ਤੇ ਇਹ ਤੁਸੀਂ ਕਾਪੀਜ਼ ਦੇ ਉੱਤੇ ਨੋਟ ਡਾਊਨ ਕਰਨੀਆਂ ਨੇ। ਵੀਡੀਓ ਨੂੰ ਪਲੀਜ਼ ਐਂਡ ਤੱਕ ਦੇਖਿਆ ਕਰੋ ਤਾਂ ਜੋ ਕੀ ਆ ਤੁਹਾਨੂੰ ਸਾਰੀ ਐਕਟੀਵਿਟੀਜ਼ ਸਮਝ ਆ ਸਕਣ ਤੇ ਕਿਸ ਤਰੀਕੇ ਨਾਲ ਉਹ ਵਰਕ ਪਰਫਾਰਮ ਕਰਨਾ ਉਹ ਸਾਰਾ ਕੁਝ ਤੁਹਾਨੂੰ ਪਤਾ ਲੱਗ ਸਕੇ। ਵਿਦਆਊਟ ਵੇਸਟਿੰਗ ਯੂਰ ਟਾਈਮ ਵੀ ਆਰ ਸਟਾਰਟਿੰਗ ਦਿਸ ਸੈਸ਼ਨ। ਇਸ ਸੈਸ਼ਨ ਨੂੰ ਜਿਹੜਾ ਆਪਾਂ ਸ਼ੁਰੂ ਕਰ ਰਹੇ ਹਾਂ। ਦੇਖੋ ਫਸਟ ਹੈ ਵਰਡ ਮੀਨਿੰਗ ਸਾਡੇ ਕੋਲ ਨੇ। ਜਿਵੇਂ ਫਸਟ ਹੈ ਟੈਂਪਰ। ਟੈਂਪਰ ਦਾ ਮਤਲਬ ਕੀ ਹੁੰਦਾ ਵਾ? ਸੁਭਾਅ, ਵੀ ਸਾਡਾ ਕਿੱਦਾਂ ਦਾ ਸੁਭਾਅ ਵਾ। ਦੂਜਾ ਹੈ ਐਡਵਾਈਜ਼ਡ, ਸਲਾਹ ਦਿੱਤੀ। ਡਰੋਵ, ਗੱਡਣਾ। ਸਕਿੱਲ, ਧੱਬਾ। ਬੌਂਡ, ਸੱਟ। ਫਾਈਨਲੀ, ਅੰਤ ਵਿੱਚ, ਲਾਸਟ ਦੇ ਵਿੱਚ ਨੀਲ। ਨੀਲ ਦਾ ਮਤਲਬ ਕੀ ਹੁੰਦਾ? ਕਿਲ। ਠੀਕ ਹੈ ਜੀ, ਇਹ ਸੀ ਵਰਡ ਮੀਨਿੰਗ। ਉਸ ਤੋਂ ਬਾਅਦ ਜਿਹੜੀ ਥਰਡ ਐਕਟੀਵਿਟੀ ਹੈ, ਥਰਡ ਐਕਟੀਵਿਟੀ ਬੇਸਡ ਹੈ ਕੁਐਸਚਨ ਆਨਸਰ ਦੇ ਉੱਤੇ। ਦੇਖੋ ਹੁਣ ਆਪਾਂ ਕੁਐਸਚਨ ਆਨਸਰ ਕਰਨੇ ਆ ਇਹਦੇ। ਇਹ ਫਸਟ ਕੁਐਸਚਨ ਇਜ਼ ਵਾਈ ਡਿਡ ਦੀ ਬॉय ਹੈਵ no friends? ਕਿ ਲੜਕੇ ਦੇ ਦੋਸਤ ਕਿਉਂ ਨਹੀਂ ਸਨ? ਆਨਸਰ ਹੈ ਦੀ ਬॉय हैड no friend because he always used a bad language in the fit of anger। ਕਹਿੰਦਾ ਜਿਹੜਾ ਬੱਚਾ ਸੀਗਾ ਉਹ ਹਮੇਸ਼ਾ ਕੀ ਸੀਗਾ? ਬੈਡ ਲੈਂਗੁਏਜ ਯਾਨੀ ਕਿ ਇੱਕ ਬੁਰੀ ਭਾਸ਼ਾ ਬੋਲਦਾ ਸੀ, ਤਾਂ ਕਰਕੇ ਹਮੇਸ਼ਾ ਗੁੱਸੇ ਦੇ ਵਿੱਚ ਰਹਿੰਦਾ ਸੀ, ਤਾਂ ਕਰਕੇ ਉਹਦਾ ਕੋਈ ਵੀ ਦੋਸਤ ਨਹੀਂ ਬਣ ਸਕਿਆ। ਸੈਕਿੰਡ ਕੁਐਸਚਨ ਹੈ ਵਾਈ ਵਰ ਹਿਜ਼ ਪੇਰੈਂਟਸ ਵਰਿਡ? ਉਹਦੇ ਪੇਰੈਂਟਸ ਕਿਉਂ ਦੁਖੀ ਸੀ ਜਾਂ ਕਿਉਂ ਚਿੰਤਿਤ ਸੀ? ਆਨਸਰ ਹੈ ਹਿਜ਼ ਪੇਰੈਂਟਸ ਵਰ ਵਰਿਡ ਬਿਕੋਜ਼ ਹੀ ਹੈਡ ਅ ਬੈਡ ਟੈਂਪਰ। ਕਿਉਂਕਿ ਉਹਦੇ ਕੋਲ ਕਾਫੀ ਗੁੱਸੇ ਵਾਲਾ ਇਨਸਾਨ ਸੀ, ਤਾਂ ਕਰਕੇ ਉਹਦੇ ਪੇਰੈਂਟਸ ਹਮੇਸ਼ਾ ਚਿੰਤਿਤ ਰਹੇ। ਥਰਡ ਕੁਐਸਚਨ ਆ ਵਟ ਟਾਸਕ ਡਿਡ ਹਿਜ਼ ਫਾਦਰ ਗਿਵ ਟੂ ਹਿਮ ਟੂ ਡੂ? ਕਿਹੜੀ ਟਾਸਕ ਜਿਹੜੀ ਆ ਉਹਦੇ ਪਿਤਾ ਨੇ ਉਹਨੂੰ ਦਿੱਤੀ ਅਤੇ ਕੀ ਕਰਨ ਲਈ ਉਹਨੂੰ ਕਿਹਾ? ਆਨਸਰ ਹੈ ਹਿਜ਼ ਫਾਦਰ ਗਿਵ ਹਿਮ ਦੀ ਅ ਬੈਗ ਆਫ ਨੇਲਸ ਐਂਡ ਹੈਮਰ ਐਂਡ ਸੈਟ। ਜਿਹੜੇ ਪਿਤਾ ਸੀਗੇ ਉਹਨਾਂ ਨੇ ਉਹਨਾਂ ਨੂੰ ਕੀ ਦਿੱਤਾ? ਇੱਕ ਬੈਗ ਦੇ ਵਿੱਚ ਕਿੱਲਾਂ ਪਾ ਕੇ ਦਿੱਤੀਆਂ ਅਤੇ ਇੱਕ ਹਥੌੜਾ ਦਿੱਤਾ ਅਤੇ ਕਿਹਾ ਐਵਰੀ ਟਾਈਮ ਯੂ ਲੋਸਟ ਯੂਅਰ ਟੈਂਪਰ ਯੂ ਮਸਟ ਹੈਵ ਟੂ ਦੀ ਹੈਮਰ ਅ ਨੇਲ ਇਨਟੂ ਦੀ ਬੈਕ ਆਫ ਫ੍ਰੈਂਚ। ਠੀਕ ਹੈ ਜੀ, ਅਤੇ ਉਹਨਾਂ ਨੇ ਇਹ ਗੱਲ ਕਹੀ ਵੀ ਜਿਹੜਾ ਵੀ ਜਦੋਂ ਵੀ ਤੁਹਾਨੂੰ ਕੋਈ ਗੁੱਸਾ ਆਵੇ, ਠੀਕ ਹੈ, ਇੱਥੇ ਇੱਕ ਲਾਈਨ ਜਿਹੜੀ ਆ ਉਹ ਮਿਸਿੰਗ ਹੋ ਗਈ ਹੈ, ਉਹ ਮੈਂ ਇੱਥੇ ਲਿਖ ਰਿਹਾ। ਦੇਖੋ ਇਸ ਤੋਂ ਬਾਅਦ ਜਿਹੜਾ ਵਾ ਆ ਦੇਖੋ ਤੁਸੀਂ, ਇਹ ਤੋਂ ਬਾਅਦ ਇਨਟੂ ਤੋਂ ਬਾਅਦ ਇੱਥੇ ਲਿਖਣਾ ਫਿੰਚਸ ਇਨਟੂ ਦਾ ਬੈਕ ਆਫ ਦਾ ਫਿੰਚ। ਵੀ ਜਿਹੜੀ ਚਾਰ ਦੀਵਾਰੀ ਆ ਉਹਦੇ ਬੈਕ ਸਾਈਡ ਦੇ ਉੱਤੇ ਜਾ ਕੇ ਤੁਸੀਂ ਕੀ ਕਰਨਾ ਵਾ? ਕਿੱਲ ਠੋਕ ਦੇਣੇ। ਤਾਂ ਇਹ ਵਰਡ ਜਿਹੜਾ ਵਾ ਉੱਥੇ ਲਿਖ ਦੇਣਾ ਵਾ ਵੀ ਜਦੋਂ ਤੁਹਾਨੂੰ ਗੁੱਸਾ ਆਵੇ ਤਾਂ ਤੁਸੀਂ ਇਹ ਕੰਮ ਕਰਨਾ ਵਾ। ਇਹ ਉਹਦੇ ਫਾਦਰ ਨੇ ਉਹਨੂੰ ਕਿਹਾ ਸੀ ਕਰਨ ਦੇ ਲਈ। ਨੈਕਸਟ ਕੁਐਸਚਨ ਹੈ ਹਾਊ ਡਿਡ ਇਟ ਹੈਲਪਸ ਦੀ ਬॉय ਫਿੰਚ ਬੈਡ ਬੀ ਟੂ ਬੀ ਡਿਸਟ? ਇੱਥੇ ਥੋੜ੍ਹਾ ਜਿਹਾ ਗਲਤ ਹੋ ਗਿਆ, ਇੱਥੇ ਸਿਰਫ ਇੰਨਾ ਕੀ ਕੁਐਸਚਨ ਆ। ਠੀਕ ਹੈ ਜੀ, ਆਹ ਕੁਐਸਚਨ ਨਹੀਂ ਹੈ। ਠੀਕ ਹੈ, ਕੁਐਸਚਨ ਸਿਰਫ ਇੰਨਾ ਹੀ ਆ ਹਾਊ ਡਿਡ ਇਟ ਹੈਲਪ ਦੀ ਬॉय, ਵੀ ਉਸਨੇ ਲੜਕੇ ਦੀ ਮਦਦ ਕਿਵੇਂ ਕੀਤੀ? ਆਨਸਰ ਹੈ ਬਾਈ ਦੀ ਹੈਮਰਿੰਗ ਨੇਲ ਹੀ ਡਿਸਕਵਰਡ ਦੈਟ ਇਟ ਵਾਜ਼ ਦੀ ਈਜ਼ੀਅਰ ਟੂ ਕੰਟਰੋਲ ਦੀ ਐਂਗਰ ਦੈਨ ਅ ਡਰੂਵ ਨੇਲ। ਉਹਨੂੰ ਇਹ ਗੱਲ ਸਮਝ ਆ ਗਈ ਸੀ ਵੀ ਇਹ ਕਾਫੀ ਸੌਖਾ ਵਾ ਆਪਣੇ ਗੁੱਸੇ 'ਤੇ ਕੰਟਰੋਲ ਕਰਨਾ, ਨਾ ਕਿ ਕਿੱਲ ਨੂੰ ਠੋਕਣ ਦੇ ਵਿੱਚ ਕੁਝ ਜ਼ਿਆਦਾ ਜਿਹੜੀ ਚੀਜ਼ ਆ ਜਾਂ ਕੰਟਰੋਲ ਆ ਉਹ ਹੋਣਾ ਚਾਹੀਦਾ ਵਾ। ਫਿਫਥ ਕੁਐਸਚਨ ਆ ਵਟ ਡਿਡ ਦੀ ਫਾਦਰ ਟੈਲ ਹਿਮ ਆਫਟਰ ਹੀ ਹੈਡ ਟੇਕਨ ਆਊਟ ਆਲ ਦੀਆਂ ਨੇਲਸ? ਵੀ ਜਦੋਂ ਉਹਦੇ ਫਾਦਰ ਨੇ ਕੀ ਕਿਹਾ ਜਦੋਂ ਉਹਨੇ ਸਾਰੀਆਂ ਕਿੱਲਾਂ ਜਿਹੜੀਆਂ ਨੇ ਉਹ ਬਾਹਰ ਕੱਢੀਆਂ? ਆਨਸਰ ਹੈ ਦੀ ਫਾਦਰ ਟੋਲਡ ਹਿਮ ਦੈਟ ਅ ਬੌਂਡਸ ਗਿਵਨ ਵਿਦ ਦੀ ਵਰਡਸ ਇਜ਼ ਐਜ਼ ਬੈਡ ਐਜ਼ ਦੀ ਵਨ ਗਿਵਨ ਵਿਦ ਦੀ ਕਨਾਈਫ। ਕਹਿੰਦੇ ਉਹਦੇ ਪਿਤਾ ਨੇ ਦੱਸਿਆ ਵੀ ਉਹ ਜ਼ਖਮ ਜਿਹੜੇ ਕਿ ਇੱਕ ਵਰਡਸ ਤੋਂ ਮਿਲਦੇ ਆ ਉਹ ਉਨੇ ਹੀ ਜ਼ਿਆਦਾ ਬੁਰੇ ਨੇ ਜਿੰਨਾ ਇੱਕ ਆਪਾਂ ਕਨਾਈਫ ਕਿਸੇ ਨੂੰ ਮਾਰਦੇ ਹਾਂ ਉਹ ਤੋਂ। ਲਾਸਟ ਕੁਐਸਚਨ ਹੈ ਵਟ ਇਜ਼ ਦੀ ਮੋਰਲ ਆਫ ਦੀ ਸਟੋਰੀ? ਇਸ ਸਟੋਰੀ ਦੀ ਕੀ ਸਿੱਖਿਆ ਮਿਲਦੀ ਹੈ ਸਾਨੂੰ? ਵੀ ਸ਼ੁੱਡ ਬੀ ਪੋਲਾਈਟ ਟੂ ਅਦਰਸ ਐਂਡ ਯੂਜ਼ ਕਾਈਂਡ ਵਰਡਸ। ਵੀ ਸਾਨੂੰ ਹਮੇਸ਼ਾ ਦੂਸਰੇ ਨਾਲ ਕੀ ਆ ਨਿਮਰਤਾ ਨਾਲ ਪੇਸ਼ ਆਉਣਾ ਚਾਹੀਦਾ ਵਾ ਅਤੇ ਦਿਆਲੀ ਜਾਂ ਵਧੀਆ ਸ਼ਬਦ ਜਿਹੜੇ ਨੇ ਉਹ ਯੂਜ਼ ਕਰਨੇ ਚਾਹੀਦੇ ਆ। ਉਸ ਤੋਂ ਬਾਅਦ ਹੈ ਫੋਰਥ ਐਕਟੀਵਿਟੀ ਟਰੂ ਐਂਡ ਫਾਲਸ। ਅਸੀਂ ਲੱਭਣਾ ਵਾ। ਫਸਟ ਕੁਐਸਚਨ ਹੈ ਦੀ ਬॉय ਹੈਡ ਮੈਨੀ ਫਰੈਂਡਸ। ਫਾਲਸ ਆਈ, ਬੱਚੇ ਦੇ ਲੜਕੇ ਦੇ ਕੋਈ ਜ਼ਿਆਦਾ ਦੋਸਤ ਨਹੀਂ ਸੀ। ਦੂਸਰਾ ਹੈ ਹੀ ਹੈਡ ਅ ਹੈਬਿਟ ਟੂ ਯੂਜ਼ਿੰਗ ਅ ਬੈਡ ਲੈਂਗੁਏਜ। ਉਹਦੇ ਕੋਲ ਇੱਕ ਹੈਬਿਟ ਸੀ ਵੀ ਉਹ ਹਮੇਸ਼ਾ ਕੀ ਆ ਬੁਰੀ ਭਾਸ਼ਾ ਜਿਹੜੀ ਸੀ ਉਹ ਯੂਜ਼ ਕਰਦਾ ਸੀ। ਇਹ ਕੀ ਆ? ਟਰੂ ਆ। ਹਿਜ਼ ਫਾਦਰ ਕੇਮ ਅਪ ਵਿਦ
ਅ ਪਲਾਨ ਟੂ ਹੈਲਪ ਹਿਮ, ਜਿਹੜੀ ਉਹਦੀ ਮਦਰ ਸੀ ਉਹਦੇ ਕੋਲ ਆਈ ਇੱਕ ਯੋਜਨਾ ਬਣਾ ਕੇ ਤਾਂ ਜੋ ਕਿ ਉਹਦੀ ਹੈਲਪ ਕਰ ਸਕੇ। ਫਾਲਸ, ਕੌਣ ਆਇਆ ਸੀ? ਉਹਦੇ ਫਾਦਰ ਸਾਹਿਬ ਆਏ ਸੀ। ਫੋਰਥ ਕੁਐਸਚਨ ਆ, ਦੀ ਅ ਬॉय ਵਾਜ਼ ਹੈਮਰਡ 9 ਨੀਲਸ ਇਨਟੂ ਦੀ ਅ ਫਿੰਚ ਆਫ ਦੀ ਫਸਟ ਡੇ। ਫਾਲਸ ਆਈ, ਉਹ ਬੱਚੇ ਨੇ ਇੱਕ ਦਿਨ ਦੇ ਵਿੱਚ 9 ਕਿੱਲਾਂ ਨਹੀਂ ਠੋਕੀਆਂ, ਸਗੋਂ 30 ਕਿੱਲਾਂ ਠੋਕਤੀਆਂ ਸੀ ਕਿਉਂਕਿ ਉਹਨੂੰ ਗੁੱਸਾ ਬਹੁਤ ਚੜ੍ਹਦਾ ਸੀ। ਫਿਫਥ ਕੁਐਸਚਨ, ਦੀ ਅ ਬॉय ਨੈਵਰ ਲਰਨ ਟੂ ਕੰਟਰੋਲ ਹਿਸ ਟੈਂਪਰ। ਫਾਲਸ, ਵੀ ਕੀ ਬੱਚਾ ਕੀ ਆ ਉਹਨੂੰ ਹਾਲੇ ਤੱਕ ਸਿੱਖ ਹੀ ਨਹੀਂ ਸਕਿਆ ਵੀ ਆਪਣੇ ਗੁੱਸੇ ਨੂੰ ਕਿਵੇਂ ਕੰਟਰੋਲ ਕਰੇ। ਫਾਲਸ, ਲਾਸਟ ਦੇ ਵਿੱਚ ਉਹ ਸਿੱਖ ਚੁੱਕਿਆ ਸੀ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਕੰਟਰੋਲ ਕਰਨਾ ਵਾ। ਫਿਫਥ ਕੁਐਸਚਨ ਆ, ਸਿਲੈਕਟ ਜਿਹੜਾ ਵਾ ਅਸੀਂ ਇੱਕ ਸਹੀ ਆਨਸਰ ਜਿਹੜਾ ਵਾ ਕਲਿੱਕ ਕਰਨਾ ਵਾ। ਆਨਸਰ ਆ ਕੁਐਸਚਨ ਆ ਸੌਰੀ, ਦੀ ਲਿਟਲ ਬॉय ਵਾਜ਼ ਡੈਸ਼ ਬਾਏ ਹਿਜ਼ ਅਦਰ ਬॉयज़, ਵੀ ਜਿਹੜੇ ਲਿਟਲ ਬॉयਜ਼ ਸੀਗੇ ਉਹ ਦੂਸਰੇ ਬॉय ਦੇ ਵਿੱਚ ਕੀ ਸੀ? ਪੋਪੂਲਰ ਸੀ, ਲਾਈਕਡ ਸੀ, ਡਿਸਲਾਈਕਡ ਸੀ। ਤਾਂ ਕੀ ਆਨਸਰ ਆਏਗਾ ਇਹਦਾ? ਉਹਦਾ ਆਨਸਰ ਹੈ ਡਿਸਲਾਈਕਡ, ਵੀ ਉਹਨੂੰ ਕੋਈ ਵੀ ਬੰਦਾ ਜਿਹੜਾ ਸੀ ਜ਼ਿਆਦਾ ਪਸੰਦ ਨਹੀਂ ਕਰਦਾ ਸੀ। ਫਿਰ ਅੱਗੇ ਕੁਐਸਚਨ ਆਈ, ਦੀ ਅ ਬॉय ਹੈਡ ਨੋ ਫਰੈਂਡ ਬਿਕੋਜ਼, ਵੀ ਉਸ ਬੱਚੇ ਦੇ ਕੋਈ ਦੋਸਤ ਨਹੀਂ ਸੀ। ਹੀ ਯੂਜ਼ਡ ਅ ਬੈਡ ਲੈਂਗੁਏਜ, ਹੀ ਬੁਲਡ ਅਦਰ ਬॉयਜ਼, ਹੀ ਵੁੱਡ ਹਿੱਟ ਸਮਾਲ ਬॉयਜ਼। ਉਹਦੇ ਕਿਉਂ ਦੋਸਤ ਚੰਗੇ ਨਹੀਂ ਸੀਗੇ? ਕਿਉਂਕਿ ਉਹ ਹਮੇਸ਼ਾ ਕੀ ਸੀ? ਬੈਡ ਲੈਂਗੁਏਜ ਨੂੰ ਯੂਜ਼ ਕਰਦਾ ਸੀ। ਠੀਕ ਹੈ, ਤਾਂ ਇਹਦਾ ਆਨਸਰ ਇਹ ਹੋਏਗਾ। ਨੈਕਸਟ ਕੁਐਸਚਨ ਹੈ, ਹਿਜ਼ ਫਾਦਰ ਥਾਟ ਆਫ AN, ਵੀ ਉਹਦੇ ਪਿਤਾ ਨੇ ਕੀ ਸੋਚਿਆ? ਐਡਵਾਈਸ ਟੂ ਗਿਵ ਹਿਮ, ਟਾਸਕ ਟੂ ਗਿਵ ਹਿਮ, ਰੀਜ਼ਨ ਆਫ ਹਿਜ਼ ਬਿਹੇਵੀਅਰ। ਤਾਂ ਉਹਦੇ ਪਿਤਾ ਜੀ ਨੇ ਕੀ ਸੋਚਿਆ ਸੀ? ਉਹਨੂੰ ਕੀ ਦਿੱਤੀ ਜਾਵੇ? ਇੱਕ ਐਡਵਾਈਸ ਜਿਹੜੀ ਸੀ ਉਹਨਾਂ ਨੇ ਇੱਕ ਦਿੱਤੀ ਸੀ ਤਾਂ ਜੋ ਕੀ ਆ ਵੀ ਉਹ ਆਪਣੇ ਗੁੱਸੇ 'ਤੇ ਕੰਟਰੋਲ ਕਰ ਸਕੇ। ਉਸ ਤੋਂ ਬਾਅਦ ਹੈ, ਦੀ ਫਾਦਰ ਆਸਕ ਟੂ ਦੀ ਬॉय ਟੂ ਡੈਸ਼ ਵਟ ਐਵਰ ਹੀ ਫਿਲਟ ਐਂਗਰ। ਉਹਦੇ ਪਿਤਾ ਨੇ ਉਹਨੂੰ ਕੀ ਗੱਲ ਕਹੀ ਸੀ ਵੀ ਜੇਕਰ ਤੈਨੂੰ ਗੁੱਸਾ ਆਵੇ ਤਾਂ ਕੀ ਕਰਨਾ ਵਾ? ਕਾਊਂਟ ਫਰੋਮ 1 to 10, ਡਰੋਵ ਅ ਨੇਲ ਇਨਟੂ ਦੀ ਫਿੰਚ, ਪੁੱਲ ਆਊਟ ਦੀ ਨੇਲ ਫਰੋਮ ਦੀ ਫਿੰਚ। ਉਹਦੇ ਪਿਤਾ ਨੇ ਉਹਨੂੰ ਕੀ ਕਿਹਾ ਸੀਗਾ ਵੀ ਜੇਕਰ ਉਹਨੂੰ ਗੁੱਸਾ ਆਵੇ ਤਾਂ ਉਹ ਕੀ ਕਰੂਗਾ? ਡਰਾਈਵ ਅ ਨੇਲ ਇਨਟੂ ਦੀ ਫਿੰਚ। ਬੀ ਆਪਸ਼ਨ ਆਏਗੀ ਵੀ ਜੇ ਤੈਨੂੰ ਗੁੱਸਾ ਜਿਹੜਾ ਤਾਂ ਕਿੱਲਾਂ ਜਿਹੜੀਆਂ ਨੇ ਉਹ ਦੀਵਾਰ ਦੇ ਵਿੱਚ ਠੋਕ ਦੀ। ਫਿਫਥ ਕੁਐਸਚਨ ਹੈ, ਦੀ ਫਾਦਰ ਵਾਜ਼ ਏਬਲ ਡੈਸ਼ ਹਿਮ ਟੂ ਲਰਨ ਅਬਾਊਟ ਦੀ ਗੁੱਡ ਬਿਹੇਵੀਅਰ। ਜਿਹੜਾ ਉਹਦੇ ਪਿਤਾ ਸੀਗੇ ਉਹ ਇਸ ਚੀਜ਼ ਦੇ ਵਿੱਚ ਏਬਲ ਹੋ ਚੁੱਕੇ ਸੀ ਕਿ ਉਹਨੂੰ ਲੈਸ ਜਿਹੜਾ ਵਾ ਇੱਕ ਵਧੀਆ ਗੁੱਡ ਬਿਹੇਵੀਅਰ ਦਾ ਉਹਨੂੰ ਸਿਖਾਇਆ ਜਾ ਸਕੇ। ਤਾਂ ਕੀ ਆਨਸਰ ਆਏਗਾ? ਸ਼ੋ ਆਏਗਾ, ਟੀਚ ਆਏਗਾ ਜਾਂ ਮੇਕ ਆਏਗਾ? ਤਾਂ ਆਨਸਰ ਆਏਗਾ ਟੀਚ, ਵੀ ਉਹਨੂੰ ਇੱਕ ਵਧੀਆ ਢੰਗ ਦੇ ਨਾਲ ਉਹਨਾਂ ਨੇ ਟੀਚ ਕੀਤਾ ਵੀ ਭਾਈ ਤੈਨੂੰ ਆਹ ਕੰਮ ਕਰਨਾ ਚਾਹੀਦਾ ਵਾ। ਉਸ ਤੋਂ ਬਾਅਦ ਹੈ ਟਾਈਪਸ ਆਫ ਸੈਂਟੈਂਸ, ਵੀ ਸੈਂਟੈਂਸ ਕਿੰਨੇ ਟਾਈਪਸ ਦੇ ਹੁੰਦੇ ਆ ਪਹਿਲਾਂ ਆਪਾਂ ਇਹਦੀ ਡੈਫੀਨੇਸ਼ਨ ਪੜ੍ਹਾਂਗੇ। ਅਤੇ ਫਸਟ ਆਫ ਆਲ ਵੀ ਜਿਹੜੇ ਸੈਂਟੈਂਸ ਹੁੰਦੇ ਆ ਉਹਨਾਂ ਨੂੰ 4 ਕੈਟਾਗਰੀਜ਼ ਦੇ ਵਿੱਚ ਵੰਡਿਆ ਗਿਆ ਵਾ, ਡਿਕਲੇਟਿਵ, ਇੰਟੈਰੋਗੇਟਿਵ, ਇੰਪੈਰੇਟਿਵ ਐਂਡ ਐਕਸਕਲਾਮੇਟਰੀ। ਡਿਕਲੇਰੇਟਿਵ ਸੈਂਟੈਂਸਿਸ ਇਹ ਟੈਲ ਕਰਦੇ ਆ ਸਮਥਿੰਗ ਟੂ ਮੇਕ ਅ ਸਟੇਟਮੈਂਟ, ਅ ਫੁੱਲ ਸਟਾਪ ਇਜ਼ ਯੂਜ਼ਡ ਇਨ ਦੀ ਐਂਡ ਆਫ ਈਚ ਸੈਂਟੈਂਸ। ਉਹ ਸੈਂਟੈਂਸ ਜਿਹੜਾ ਕਿ ਇੱਕ ਪੂਰਾ ਸੈਂਟੈਂਸ ਦੇ ਬਾਰੇ ਜਾਂ ਸਾਨੂੰ ਕਿਸੇ ਚੀਜ਼ ਬਾਰੇ ਦੱਸੇ ਜਾਂ ਇੱਕ ਸਟੇਟਮੈਂਟ ਨੂੰ ਪੂਰੀ ਕਰੇ ਉਹਨੂੰ ਅਸੀਂ ਡਿਕਲੇਰੇਟਿਵ ਕਹਿੰਦੇ ਹਾਂ, ਅਤੇ ਲਾਸਟ ਦੇ ਵਿੱਚ ਇਹਦੇ ਫੁੱਲ ਸਟਾਪ ਪੈਂਦਾ ਵਾ। ਸੈਕਿੰਡ ਹੈ ਇੰਟੈਰੋਗੇਟਿਵ ਸੈਂਟੈਂਸ, ਐਂਡ ਇੰਟੈਰੋਗੇਟਿਵ ਸੈਂਟੈਂਸ ਇਜ਼ ਅ ਵਨ that ask a question. Interrogative sentences are punctuated with the question mark, ਵੀ ਜਿਹੜਾ ਇੰਟੈਰੋਗੇਟਿਵ ਸੈਂਟੈਂਸ ਹੁੰਦਾ ਉਹਨੂੰ ਕੀ ਹੁੰਦਾ? ਕੁਐਸਚਨ ਮਾਰਕ ਦੇ ਨਾਲ ਡੋਨੇਟ ਕੀਤਾ ਜਾਂਦਾ, ਕੋਈ ਨਾ ਕੋਈ ਕੁਐਸਚਨ ਆਸਕ ਕਰਦਾ ਵਾ ਇੱਕ ਬੰਦੇ ਤੋਂ ਦੂਜੇ ਬੰਦੇ ਨੂੰ। ਠੀਕ ਹੈ, ਅੱਗੇ ਹੈ ਇੰਪੈਰੇਟਿਵ, these sentences are requested or command, tell someone to do something, is also end with full stop। ਕਹਿੰਦੇ ਇੰਪੈਰੇਟਿਵ ਸੈਂਟੈਂਸ ਉਹ ਸੈਂਟੈਂਸ ਹੁੰਦਾ ਜਿਹਦੇ ਵਿੱਚ ਅਸੀਂ ਕੋਈ ਰਿਕੁਐਸਟ ਕਰਦੇ ਹਾਂ ਜਾਂ ਕਮਾਂਡ ਦਿੰਦੇ ਇੱਕ ਬੰਦੇ ਨੂੰ ਤਾਂ ਜੋ ਕੀ ਆ ਇੱਕ ਬੰਦਾ ਕੁਛ ਨਾ ਕੁਛ ਉਹਦੇ ਲਈ ਕਰੇ, ਅਤੇ ਲਾਸਟ ਦੇ ਵਿੱਚ ਵੀ ਇਹਦੇ ਫੁੱਲ ਸਟਾਪ ਪੈਂਦਾ ਵਾ। ਲਾਸਟ ਹੈ ਐਕਸਕਲਾਮੇਟਰੀ ਸੈਂਟੈਂਸਿਸ। ਇਹ ਕਿਹੜਾ ਸੈਂਟੈਂਸ ਹੁੰਦਾ? ਦੀ ਸ਼ੋਜ਼ ਦੀ ਫੀਲਿੰਗ ਐਂਡ ਐਕਸਕਲਾਮੇਸ਼ਨ ਮਾਰਕ ਆ ਦਿੱਤਾ ਹੋਇਆ ਜੀ ਸਾਈਨ, ਮਾਰਕ ਇਜ਼ ਯੂਜ਼ਡ ਇਨ ਦੀ ਐਂਡ ਆਫ ਈਚ ਸੈਂਟੈਂਸ। ਐਕਸਕਲਾਮੇਟਰੀ ਸੈਂਟੈਂਸ ਉਹ ਸੈਂਟੈਂਸ ਹੁੰਦੇ ਆ ਜਿਹੜੇ ਕਿ ਇੱਕ ਫੀਲਿੰਗ ਜਾਂ ਐਕਸਕਲੇਮਡ ਮਾਰਕ ਦੇ ਨਾਲ ਯੂਜ਼ ਕੀਤੇ ਜਾਂਦੇ ਆ, ਐਂਡ ਦੇ ਵਿੱਚ ਸੈਂਟੈਂਸ 'ਤੇ ਯੂਜ਼ ਹੁੰਦੇ ਆ। ਹੁਣ ਆਪਾਂ ਇਹਦੇ ਵਿੱਚ ਐਕਟੀਵਿਟੀ 8 ਜਿਹੜੀ ਆ ਉਹ ਸਟਾਰਟ ਕਰਨੀ ਹੈ ਇਹਦੇ ਬੇਸ ਦੇ ਉੱਤੇ। ਦੇਖੋ ਐਕਟੀਵਿਟੀ 8 ਕੀ ਕਹਿੰਦੇ? ਆਈਡੈਂਟੀਫਾਈ ਦੀ ਸੈਂਟੈਂਸ ਐਂਡ ਰਾਈਟ ਦੀ ਗਿਵ ਸਪੇਸ। ਗਿਵਨ ਸਪੇਸ ਦੇ ਉੱਤੇ ਅਸੀਂ ਉਹ ਲਿਖਣਾ ਵਾ ਵੀ ਇਹ ਕੀ ਹੈ, ਜਿਵੇਂ ਵਿਲ ਦੀ ਗੈਸਟ ਬੀ ਆ ਲੇਟ। ਹੁਣ ਇਹਦੇ ਪਿੱਛੇ ਜੋ ਤੁਸੀਂ ਦੇਖੋ ਤਾਂ ਫੁੱਲ ਕੁਐਸਚਨ ਮਾਰਕ ਪੈਂਦਾ, ਤਾਂ ਆਨਸਰ ਕੀ ਆਏਗਾ? ਇੰਟੈਰੋਗੇਟਿਵ ਹੋਏਗਾ, ਕਿਉਂਕਿ ਲਾਸਟ ਦੇ ਵਿੱਚ ਕੀ ਆ? ਕੁਐਸਚਨ ਮਾਰਕ ਲੱਗਿਆ ਹੋਇਆ। ਸ਼ੀ ਸਕੋਰਡ ਆ ਸੈਂਚੁਰੀ, ਉਹਨੇ ਕੀ ਇੱਕ ਸੈਂਚੁਰੀ ਮਾਰੀ, ਇੱਕ ਕੀ ਆ? ਡਿਕਲੇਰੇਟਿਵ ਸੈਂਟੈਂਸ ਹੋਊਗਾ, ਕਿਉਂਕਿ ਇਹਦੇ ਵਿੱਚ ਇੱਕ ਚੀਜ਼ ਜਿਹੜੀ ਆ ਉਹ ਪੂਰੀ ਹੁੰਦੀ ਹੈ ਜਾਂ ਟਾਸਕ ਜਿਹੜੀ ਆ ਉਹ ਕੰਪਲੀਟ ਹੁੰਦੀ ਆ, ਤਾਂ ਉਹਦੇ ਲਈ ਅਤੇ ਲਾਸਟ ਦੇ ਵਿੱਚ ਫੁੱਲ ਸਟਾਪ ਪੈਂਦਾ ਹੋਵੇ ਤਾਂ ਉਹਨੂੰ ਅਸੀਂ ਡਿਕਲੇਰੇਟਿਵ ਦੀ ਕੈਟਾਗਰੀਜ਼ ਦੇ ਵਿੱਚ ਪਾਉਂਦੇ ਹਾਂ। ਉਸ ਤੋਂ ਬਾਅਦ ਹੈ ਆਈ ਹੈਵ ਕੰਪਲੀਟ ਮਾਈ ਵਰਕ। ਇਹ ਵੀ ਕੀ ਆ? ਇੱਕ ਡਿਕਲੇਰੇਟਿਵ ਸੈਂਟੈਂਸ ਆ। ਕਿਉਂ? ਕਿਉਂਕਿ ਇਹਦੇ ਵਿੱਚ ਵੀ ਇੱਕ ਟਾਸਕ ਪੂਰੀ ਹੁੰਦੀ ਹੈ ਅਤੇ ਲਾਸਟ ਦੇ ਵਿੱਚ ਫੁੱਲ ਸਟਾਪ ਹੁੰਦਾ ਵਾ। ਫੋਰਥ ਕੁਐਸਚਨ ਆ ਰੀਡ ਦਿਸ ਬੁੱਕ ਨਾਓ। ਤਾਂ ਹੁਣ ਇੱਕ ਆਰਡਰ ਜਾਂ ਕਮਾਂਡ ਦਿੱਤੀ ਗਈ ਹੋਣੀ ਹੈ ਜਾਂ ਰਿਕੁਐਸਟ ਕੀਤੀ ਗਈ ਹੋਣੀ ਹੈ,
ਤਾਂ ਇਸ ਦਾ ਮਤਲਬ ਕੀ ਆ, ਇਹ ਕੀ ਆ, ਇੰਪੈਰੇਟਿਵ ਸੈਂਟੈਂਸ ਦੀ ਕੈਟਾਗਰੀਜ਼ ਦੇ ਵਿੱਚ ਆਉਂਦਾ, ਜਿਹਦੇ ਵਿੱਚ ਉਹਨੇ ਆਰਡਰ ਦਿੱਤਾ ਵੀ ਤੁਸੀਂ ਕੀ ਆ, ਇਹ ਬੁੱਕ ਜਿਹੜੀ ਆ ਉਹ ਰੀਡ ਕਰੋ। ਉਸ ਤੋਂ ਬਾਅਦ ਹੈ ਦੇਅਰ ਟ੍ਰਿਪ ਵਾਜ਼ ਐਕਸਾਈਟਿੰਗ, ਪਿੱਛੇ ਸਾਈਨ ਆਫ ਐਕਸਕਲਾਮੇਟਰੀ ਦਾ ਇੱਥੋਂ ਕਲੀਅਰ ਹੋ ਜਾਂਦਾ ਵੀ ਇਹ ਕਿਹੜਾ ਸੈਂਟੈਂਸ ਆ, ਇਹ ਸੈਂਟੈਂਸ ਹੈ ਐਕਸਕਲਾਮੇਟਰੀ ਸੈਂਟੈਂਸ ਹੈ। ਠੀਕ ਹੈ। ਉਸ ਤੋਂ ਬਾਅਦ ਹੈ ਹੂ ਵੈਂਟ ਟੂ ਦੀਆ ਦਿੱਲੀ, ਪਿੱਛੇ ਕੁਐਸਚਨ ਮਾਰਕ ਤਾਂ ਇਹ ਕਿਹੜਾ ਸੈਂਟੈਂਸ ਆ, ਇੰਟੈਰੋਗੇਟਿਵ ਸੈਂਟੈਂਸ ਆ। ਸ਼ਟ ਦਾ ਡੋਰ, ਇਹ ਕੋਈ ਆਰਡਰ ਜਾਂ ਰਿਕੁਐਸਟ ਇਹੋ ਜਿਹੀਆਂ ਚੀਜ਼ਾਂ ਹੋਣਗੀਆਂ ਤਾਂ ਇਹ ਕੀ ਆ, ਇੰਪੈਰੇਟਿਵ ਸੈਂਟੈਂਸ ਆ, ਜਿਹਦੇ ਵਿੱਚ ਆਰਡਰ ਜਾਂ ਰਿਕੁਐਸਟ ਦਿੱਤੀ ਗਈ ਹੁੰਦੀ ਹੈ। ਲਾਸਟ ਦੇ ਵਿੱਚ ਹੈ ਵਾਟ ਆ ਕਿਊਟ ਡੌਗ, ਪਿੱਛੇ ਸਾਈਨ ਆਫ ਐਕਸਕਲਾਮੇਟਰੀ, ਤਾਂ ਕਿਹੜਾ ਸੈਂਟੈਂਸ ਹੈ, ਐਕਸਕਲਾਮੇਟਰੀ ਸੈਂਟੈਂਸਿਸ ਹੈਗੇ ਆ। ਉਸ ਤੋਂ ਬਾਅਦ ਬਟਰ ਇਜ਼ ਬੈਟਰ ਦੈਨ ਜੈਮ, ਤਾਂ ਇੱਥੇ ਪਿੱਛੇ ਫੁੱਲ ਸਟਾਪ ਆ, ਤਾਂ ਇਹ ਕੀ ਆ, ਡਿਕਲੇਰੇਟਿਵ ਸੈਂਟੈਂਸ ਆ, ਇੱਕ ਮੀਨਿੰਗ ਬਣਦਾ ਇੱਕ ਸੈਂਟੈਂਸ ਦਾ, ਤਾਂ ਕਰਕੇ। ਉਸ ਤੋਂ ਬਾਅਦ ਹੈ ਬਰਸ਼ ਯੂਅਰ ਟੀਥ, ਇੱਕ ਰਿਕੁਐਸਟ ਜਾਂ ਆਰਡਰ ਦਿੱਤਾ ਹੋਏਗਾ ਤਾਂ ਇਹ ਕੀ ਆ, ਇੰਪੈਰੇਟਿਵ ਸੈਂਟੈਂਸ ਦੀ ਕੈਟਾਗਰਾਈਜ਼ ਦੇ ਵਿੱਚ ਆਉਂਦਾ। ਇਹ ਸੀਗਾ ਅੱਜ ਦਾ ਵਰਕ, ਜਿਹਦੇ ਵਿੱਚ ਅਸੀਂ ਕਈ ਐਕਟੀਵਿਟੀਜ਼ ਦੇ ਬਾਰੇ ਡਿਸਕਸ ਕੀਤਾ, ਨਵਾਂ ਟੌਪਿਕ ਡਿਸਕਸ ਕੀਤਾ ਜਿਹੜਾ ਸੈਂਟੈਂਸ ਟਾਈਪਸ ਦੇ ਵਿੱਚ ਆਉਂਦਾ ਵਾ। ਆਈ ਹੋਪ ਤੁਹਾਨੂੰ ਇਹ ਸੈਸ਼ਨ ਜਿਹੜਾ ਵਧੀਆ ਲੱਗਿਆ ਹੋਊਗਾ, ਅਤੇ ਮੇਰੇ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ, ਜਸਟ ਡੂ ਇਟ ਫॉर ਬ੍ਰਾਈਟ ਫਿਊਚਰ, ਅਤੇ ਵੱਧ ਤੋਂ ਵੱਧ ਮੇਰੇ ਚੈਨਲ ਨਾਲ ਜੁੜੋ ਅਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ, ਅਤੇ ਆਪਣੇ ਰਿਵਿਊਜ਼ ਜਿਹੜੇ ਨੇ ਉਹ ਵੀ ਮੈਨੂੰ ਇਸ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਆ ਕਰੋ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।